ਸੋ ਅੱਜ ਦੇ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਦੇ ਵਿੱਚ ਕਿਸਾਨ ਦੋਸਤੋ ਸਾਡਾ ਬਹੁਤ ਹੀ ਇੱਕ ਅਹਿਮ ਵਿਸ਼ਾ ਜੋ ਕਣਕ ਅਤੇ ਬਰਸੀਮ ਦੇ ਵਿੱਚ ਮੈਗਨੀਜ਼ ਦੀ ਘਾਟ। ਔਰ ਤੁਸੀਂ ਜਾਣਦੇ ਹੋ ਕਿ ਕਣਕ ਔਰ ਬਰਸੀਮ ਸਾਡੀਆਂ ਖੇਤਾਂ ਦੇ ਵਿੱਚ ਖੜਾ ਹੈ। ਜਦੋਂ ਕਿਸੇ ਵੀ ਛੋਟੇ ਤੱਤ ਹੋਣ ਜਾਂ ਵੱਡੇ ਤੱਤ ਹੋਣ, ਉਹਨਾਂ ਦੀ ਜਦੋਂ ਘਾਟ ਆਉਂਦੀ ਹੈ ਤੇ ਵਾਕਈ ਕਿਸਾਨ ਨੂੰ ਬਹੁਤ ਜਾਗਰੂਕ ਹੋ ਜਾਣਾ ਚਾਹੀਦਾ। ਔਰ ਇਸ ਵਿਸ਼ੇ 'ਤੇ ਗੱਲਬਾਤ ਕਰਨ ਵਾਸਤੇ ਸਾਡੇ ਦਰਮਿਆਨ ਪਹੁੰਚੇ ਨੇ ਡਾਕਟਰ ਦਿਦਾਰ ਸਿੰਘ ਭੱਟੀ ਜੀ, ਜੋ ਸਹਿਯੋਗੀ ਨਿਰਦੇਸ਼ਕ ਨੇ ਡਾਇਰੈਕਟੋਰੇਟ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਡੇ ਕਿਸਾਨ ਦੋਸਤਾਂ ਨੂੰ ਤੁਸੀਂ ਦੱਸੋ ਕਿ ਕਿਹੜੇ ਤੱਤ ਛੋਟੇ ਹੋਣ ਜਾਂ ਵੱਡੇ ਤੱਤ ਨੇ ਜਿਹੜੇ ਕਿ ਇਹਨਾਂ ਦੋਨਾਂ ਫਸਲਾਂ ਵਾਸਤੇ, ਕਣਕ ਵਾਸਤੇ ਜਾਂ ਬਰਸੀਮ ਵਾਸਤੇ ਸਾਨੂੰ ਚਾਹੀਦੇ ਨੇ। ਰਿਆੜ ਸਾਹਿਬ, ਜਦੋਂ ਵੀ ਆਪਾਂ ਕਿਸੇ ਬੂਟੇ ਨੂੰ ਲੈਬ ਦੇ ਵਿੱਚ ਪਰਖਦੇ ਹਾਂ ਤੇ ਉਹਦੇ ਵਿੱਚ 70-80 ਤੱਤ ਜਿਹੜੇ ਨੇ ਮੌਜੂਦ ਹੁੰਦੇ ਨੇ, ਪਰ ਇਹ ਸਾਰੇ ਦੇ ਸਾਰੇ ਜਿਹੜੇ 70-80 ਤੱਤ ਨੇ ਇਹ ਫਸਲਾਂ ਵਾਸਤੇ ਜ਼ਰੂਰੀ ਨਹੀਂ। ਹੁਣ ਤੱਕ ਵਿਗਿਆਨੀਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ 17 ਤੱਤ ਨੇ ਜਿਹੜੇ ਫਸਲਾਂ ਵਾਸਤੇ ਜ਼ਰੂਰੀ ਨੇ। ਇਹਨਾਂ 17 ਤੱਤਾਂ ਨੂੰ ਜੇ ਆਪਾਂ ਦੇਖੀਏ ਤੇ ਇਹਨਾਂ ਵਿੱਚੋਂ ਜਿਹੜਾ ਹੈ ਕਾਰਬਨ, ਹਾਈਡਰੋਜਨ ਤੇ ਆਕਸੀਜਨ, ਇਹ ਤਿੰਨ ਤੱਤ ਇਹੋ ਜਿਹੇ ਨੇ ਜਿਹਨੂੰ ਫਸਲ ਜਿਹੜੀ ਹੈ ਉਹ ਹਵਾ ਤੇ ਪਾਣੀ ਚੋਂ ਲੈਂਦੀ ਹੈ। ਬਾਕੀ ਜਿਹੜੇ 14 ਤੱਤ ਨੇ ਇਹਨਾਂ ਨੂੰ ਫਸਲਾਂ ਜਿਹੜੀਆਂ ਨੇ ਉਹ ਮਿੱਟੀ ਚੋਂ ਲੈਂਦੀਆਂ ਨੇ। ਫਿਰ ਜਿਹੜੇ 14 ਤੱਤ ਨੇ ਇਹਨਾਂ ਨੂੰ ਵੀ ਅਸੀਂ ਅਗਾਂ ਦੋ ਹਿੱਸਿਆਂ 'ਚ ਵੰਡਿਆ ਹੈ। ਇੱਕ ਹੈਗੇ ਆ ਵੱਡੇ ਤੱਤ, ਦੂਸਰਾ ਹੈਗੇ ਛੋਟੇ ਤੱਤ। ਜਦੋਂ ਆਪਾਂ ਵੱਡੇ ਤੱਤਾਂ ਦੀ ਗੱਲ ਕਰੀਏ ਤੇ ਇਹਦੇ ਵਿੱਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਕੈਲਸ਼ੀਅਮ, ਮੈਗਨੀਸ਼ੀਅਮ ਤੇ ਗੰਧਕ ਤੱਤ ਆਉਂਦੇ ਆ। ਜਦ ਕਿ ਛੋਟੇ ਤੱਤਾਂ ਦੇ ਵਿੱਚ ਮੈਗਨੀਜ਼, ਲੋਹਾ, ਜ਼ਿੰਕ, ਮੋਲਿਬਡਨਮ, ਬੋਰੋਨ, ਕਲੋਰੀਨ, ਕੋਬਾਲਟ ਤੇ ਤਾਂਬਾ, ਇਹ ਜਿਹੜੇ ਤੱਤ ਨੇ ਇਹ ਛੋਟੇ ਤੱਤ ਨੇ। ਪਰ ਵੇਖਿਆ ਕੀ ਗਿਆ ਹੈ ਕਿ ਜਿਹੜੇ ਕਿਸਾਨ ਨੇ ਉਹ ਨਾਈਟ੍ਰੋਜਨ, ਫਾਸਫੋਰ, ਪੋਟਾਸ਼ ਵੱਲ ਜਿਹੜਾ ਬਹੁਤ ਜ਼ਿਆਦਾ ਧਿਆਨ ਦੇ ਰਹੇ ਆ। ਨਾਈਟ੍ਰੋਜਨ ਜਿਹੜੀ ਯੂਰੀਆ ਤੋਂ ਪਾਈ ਜਾਂਦੀ ਆ, ਹੁਣ ਤੁਸੀਂ ਦੇਖੋ ਅੱਜ ਕੱਲ੍ਹ ਯੂਰੀਆ ਦੀ ਕਿੱਲਤ ਵੀ ਆ ਰਹੀ ਹੈ, ਬੜਾ ਜਿਹੜਾ ਹੈਗਾ ਆ ਕਿਸਾਨਾਂ ਦੇ ਵਿੱਚ ਵੀ ਜਿਹੜਾ ਹੈਗਾ ਆ ਮੁਸ਼ਕਲ ਆਈ ਹੋਈ ਹੈ। ਸੋ ਨਾਈਟ੍ਰੋਜਨ ਵੱਲ ਜਿਹੜੇ ਵੱਧ ਧਿਆਨ ਦਿੰਦੇ ਨੇ। ਕਈ ਵਾਰੀ ਜਿਹੜੇ ਛੋਟੇ ਤੱਤ ਨੇ ਉਹਨੂੰ ਅੱਖੋਂ ਓਲੇ ਕਰ ਜਾਂਦੇ ਨੇ। ਮੈਂ ਇੱਥੇ ਕਿਸਾਨ ਵੀਰਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਕਿਸਾਨ ਵੀਰੋ, ਇਹ ਜਿਹੜੇ 17 ਤੱਤ ਦੱਸੇ ਆ ਇਹਦੇ ਵਿੱਚੋਂ ਚਾਹੇ ਇੱਕ ਤੱਤ ਦੀ ਵੀ ਘਾਟ ਹੈ, ਚਾਹੇ ਛੋਟਾ ਤੱਤ ਹੀ ਕਿਉਂ ਨਹੀਂ। ਛੋਟੇ ਤੱਤ ਦੀ ਤਾਂ ਆਪਾਂ ਗੱਲ ਕਰਦੇ ਹਾਂ, ਛੋਟੇ ਤੱਤ ਦਾ ਮਤਲਬ ਇਹ ਨਹੀਂ ਕਿ ਉਹ ਘੱਟ ਜ਼ਰੂਰੀ ਹੈ, ਜ਼ਰੂਰੀ ਓਨਾ ਹੀ ਹੈ, ਪਰ ਉਹਦੀ ਜਿਹੜੀ ਹੈ ਮਿਕਦਾਰ ਘੱਟ ਲੋੜੀਂਦੀ ਹੈ, ਪਰ ਉਹਦੀ ਜਿਹੜਾ ਮਹੱਤਵ ਹੈ ਫਸਲ ਦੇ ਵਾਧੇ ਵਾਸਤੇ ਉਹ ਓਨਾ ਹੀ ਹੈ ਜੀ ਜਿੰਨੇ ਵੱਡੇ ਤੱਤਾਂ। ਇਸ ਕਰਕੇ ਸਾਨੂੰ ਛੋਟੇ ਤੱਤਾਂ ਵੱਲ ਵੀ ਜਿਹੜਾ ਧਿਆਨ ਦੇਣਾ ਚਾਹੀਦਾ ਆ। ਸੋ ਬਹੁਤ ਜ਼ਰੂਰੀ ਹੈ ਕਿਸਾਨ ਦੋਸਤੋ, ਜਿਵੇਂ ਡਾਕਟਰ ਭੱਟੀ ਸਾਹਿਬ ਦੱਸ ਰਹੇ ਨੇ ਕਿ ਛੋਟੇ ਤੱਤ ਹੋਣ ਜਾਂ ਵੱਡੇ ਤੱਤ ਹੋਣ ਤੇ ਉਹਨਾਂ ਦਾ ਮਿਕਦਾਰ ਔਰ ਉਹਨਾਂ ਨੇ ਕਣਕ ਦੇ ਵਿੱਚ, ਜ਼ਮੀਨ ਦੇ ਵਿੱਚ, ਬਰਸੀਮ ਦੇ ਵਿੱਚ ਜਾਨ ਓਨੀ ਪਾਉਣੀ ਆ। ਸੋ ਡਾਕਟਰ ਸਾਹਿਬ, ਦੇਖਿਆ ਗਿਆ ਕਿ ਆਮ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਾਡੀਆਂ ਸਾਉਣੀ ਦੀਆਂ, ਹਾੜੀ ਦੀਆਂ ਸਾਡੀਆਂ ਕਿਤਾਬਾਂ ਵੀ ਛਾਪੀਆਂ ਜਾਂਦੀਆਂ ਨੇ। ਉਹਨਾਂ ਦੇ ਵਿੱਚ ਬਹੁਤ ਵਧੀਆ ਸਿਫਾਰਸ਼ਾਂ ਜਿਹੜੀਆਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਨੇ। ਪਰ ਤੁਸੀਂ ਅੱਜ ਸਾਡੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਆਏ ਹੋ। ਸਾਡੇ ਕਿਸਾਨਾਂ ਨੂੰ ਇਹ ਦੱਸੋ ਕਿ ਪੰਜਾਬ ਦੀ ਜ਼ਮੀਨ ਦੇ ਵਿੱਚ ਪੰਜਾਬ ਦੀਆਂ ਫਸਲਾਂ ਨੂੰ, ਕਣਕ ਤੇ ਬਰਸੀਮ ਨੂੰ ਖਾਸ ਤੌਰ 'ਤੇ ਇਹ ਕਿਹੜੀ ਜਿਹੜੇ ਛੋਟੇ ਤੱਤ ਹੋਣ ਜਾਂ ਵੱਡੇ ਤੱਤ ਜਿਨ੍ਹਾਂ ਦੀ ਘਾਟ ਜਿਹੜੀ ਆ ਉਹ ਆ ਰਹੀ ਹੈ। ਜੇਕਰ ਆਪਾਂ ਪੰਜਾਬ ਦੀਆਂ ਜ਼ਮੀਨਾਂ 'ਚ ਗੱਲ ਕਰੀਏ ਤਾਂ ਨਾਈਟ੍ਰੋਜਨ ਦੀ ਘਾਟ ਆਪਣੀਆਂ ਜ਼ਮੀਨਾਂ 'ਚ ਬਹੁਤ ਜ਼ਿਆਦਾ ਹੈ, ਪਰ ਕਿਸਾਨ ਇਸ ਤੋਂ ਭਲੀ ਭਾਂਤੀ ਜਾਣੂ ਨੇ। ਨਾਈਟ੍ਰੋਜਨ ਪਾਸੇ ਯੂਰੀਆ ਜਿਹੜੀ ਹੈ ਬਹੁਤ ਜ਼ਿਆਦਾ ਪਾ ਰਹੇ ਆ। ਤੇ ਇਸ ਤੋਂ ਇਲਾਵਾ ਕੁਝ ਜ਼ਮੀਨਾਂ ਦੇ ਵਿੱਚ ਫਾਸਫੋਰਸ ਦੀ ਘਾਟ ਵੱਡੇ ਤੱਤਾਂ 'ਚ ਆਉਂਦੀ ਹੈ। ਕੁਝ ਜ਼ਮੀਨਾਂ ਦੇ ਵਿੱਚ ਜਿਹੜੀ ਹੈ 10-15% ਜ਼ਮੀਨਾਂ 'ਚ ਜਿਹੜੀ ਪੋਟਾਸ਼ ਦੀ ਘਾਟ ਹੈ। ਇਸੇ ਤਰ੍ਹਾਂ ਜਿਹੜੀਆਂ ਬਹੁਤ ਰੇਤੀਆਂ ਜ਼ਮੀਨਾਂ ਨੇ ਵੱਡੇ ਤੱਤਾਂ 'ਚ, ਉਹਨਾਂ 'ਚ ਕਈ ਵਾਰੀ ਗੰਧਕ ਦੀ ਘਾਟ ਵੀ ਆ ਜਾਂਦੀ ਹੈ। ਜੇ ਆਪਾਂ ਛੋਟੇ ਤੱਤਾਂ ਦੀ ਗੱਲ ਕਰੀਏ ਤਾਂ ਛੋਟੇ ਤੱਤਾਂ 'ਚ ਸਭ ਤੋਂ ਜ਼ਿਆਦਾ ਜਿਹੜੀ ਘਾਟ ਆਈ, ਸਭ ਤੋਂ ਪਹਿਲਾਂ ਉਹ ਸੀ ਜ਼ਿੰਕ ਦੀ ਘਾਟ, ਉਸ ਤੋਂ ਬਾਅਦ ਲੋਹੇ ਦੀ, ਹੁਣ ਜਿਹੜਾ ਹੈ ਮੈਗਨੀਜ਼ ਦੀ ਘਾਟ ਵੀ ਆ ਰਹੀ ਹੈ। ਪਰ ਜਿਹੜੀਆਂ ਇਹ 3-4 ਮੈਂ ਛੋਟੇ ਤੱਤ ਦੱਸਿਆ, ਲੋਹਾ, ਜ਼ਿੰਕ, ਮੈਗਨੀਜ਼, ਇਹਦੀ ਜਿਹੜੀ ਘਾਟ ਜਿਹੜੀ ਵੱਖੋ-ਵੱਖਰੀ ਫਸਲਾਂ 'ਚ ਆਉਂਦੀ ਹੈ। ਜਿੱਥੋਂ ਤੱਕ ਜ਼ਿੰਕ ਤੇ ਲੋਹੇ ਦਾ ਸੰਬੰਧ ਹੈ, ਇਹਦੀ ਘਾਟ ਜਿਹੜੀ ਹੈ ਸਾਉਣੀ ਵਾਲੀ ਫਸਲਾਂ, ਚਾਹੇ ਉਹ ਝੋਨਾ ਆ, ਚਾਹੇ ਉਹ ਮਕਈ ਹੈ, ਚਾਹੇ ਉਹ ਗੰਨਾ ਆ, ਉਹ 'ਤੇ ਜ਼ਿਆਦਾ ਵੇਖਣ ਨੂੰ ਮਿਲਦੀ ਹੈ। ਪਰ ਹਾੜੀ ਦੀਆਂ ਫਸਲਾਂ 'ਚ ਲੋਹੇ ਤੇ ਜ਼ਿੰਕ ਦੀ ਘਾਟ ਬਹੁਤ ਹੀ ਜ਼ਿਆਦਾ ਵੇਖਣ ਨੂੰ ਨਹੀਂ ਮਿਲਦੀ। ਜਿੱਥੋਂ ਤੱਕ ਹਾੜੀ ਦੀਆਂ ਫਸਲਾਂ ਨੇ, ਇਹਨਾਂ ਦੇ ਵਿੱਚ ਮੈਗਨੀਜ਼ ਦੀ ਘਾਟ ਜਿਹੜੀ ਹੈ ਕਾਫੀ ਜ਼ਿਆਦਾ ਆਉਂਦੀ ਹੈ। ਕਣਕ ਦੇ ਵਿੱਚ, ਬਰਸੀਮ 'ਚ, ਜੌਂ, ਜਵੀ ਜਿਹੜੀਆਂ ਇਹ ਫਸਲਾਂ ਨੇ, ਇਹਦੇ ਵਿੱਚ ਮੈਗਨੀਜ਼ ਦੀ ਘਾਟ ਜਿਹੜੀ ਹੈ ਕਾਫੀ ਜਿਹੜੀ ਹੈ ਸਾਨੂੰ ਵੇਖਣ ਨੂੰ ਮਿਲ ਰਹੀ ਹੈ ਜੀ। ਸੋ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਮੈਗਨੀਜ਼ ਦੀ ਘਾਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਇਹ ਖੇਤਾਂ ਦੇ ਵਿੱਚ ਆਉਂਦੀ ਹੈ। ਲੋਹੇ ਦੀ ਵੀ ਘਾਟ ਜਿਹੜੀ ਮਹਿਸੂਸ ਹੁੰਦੀ ਹੈ। ਡਾਕਟਰ ਸਾਹਿਬ, ਫਿਰ ਗੱਲ ਫਿਰ ਉੱਥੇ ਆ ਜਾਂਦੀ ਆ ਕਿ ਇਹ ਆਪਾਂ ਕਿਸ ਤਰ੍ਹਾਂ ਸਾਨੂੰ ਪਤਾ ਲੱਗ ਜੇ। ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਯੂਰੀਆ ਹੋਇਆ, ਡਾਇਆ ਹੋਇਆ, ਫਾਸਫੋਰਸ ਹੋਈ, ਇਹ ਤਾਂ ਸਾਰੀ ਜਿਹੜੀ ਆ ਬੜੀ ਜ਼ਿਆਦਾ ਮਿਕਦਾਰ ਦੇ ਵਿੱਚ ਸਗੋਂ ਕਿਸਾਨ ਜਿਹੜਾ ਉਹ ਖੇਤਾਂ ਦੇ ਵਿੱਚ ਪਾਈ ਜਾ ਰਿਹਾ। ਪਰ ਹੁਣ ਕਿਸ ਤਰ੍ਹਾਂ ਕਿਸਾਨ ਨੂੰ ਪਤਾ ਲੱਗੇ ਕਿ ਇਸ ਟਾਈਮ 'ਤੇ ਮੇਰੇ ਖੇਤਾਂ ਦੇ ਵਿੱਚ ਜਿਹੜੀ ਆ ਮੈਗਨੀਜ਼ ਦੀ ਘਾਟ ਆ ਗਈ ਆ ਔਰ ਜਾਂ ਲੋਹੇ ਦੀ ਘਾਟ ਆ ਗਈ ਹੈ। ਪਹਿਚਾਣ ਉਹ ਕਿਸ ਤਰ੍ਹਾਂ ਕਰੇ
ਤਾਂ ਕਿ ਉਹ ਤੁਹਾਡੇ ਨਾਲ ਰਾਬਤਾ ਕਾਇਮ ਕਰ ਸਕੇ, ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਰਾਬਤਾ ਕਾਇਮ ਕਰ ਸਕੇ, ਕਿਉਂਕਿ ਮਕਸਦ ਜਿਹੜਾ ਉਹਦਾ ਉਹ 1 ਏਕੜ ਦੇ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਉਤਪਾਦਨ ਲੈਣਾ, ਜਿਹਦੇ ਨਾਲ ਉਹਦਾ ਪੈਸੇ ਵੀ ਜਿਹੜੇ 4 ਬਚਦੇ। ਕਿਸਾਨ ਵੀਰੋ, ਜਿਹੜੇ ਖੁਰਾਕੀ ਤੱਤਾਂ ਦੀ ਘਾਟ ਜਿਹੜੀ ਹੈ ਇਹਨੂੰ ਪਛਾਣਨ ਵਾਸਤੇ ਸਾਡੇ ਕੋਲ 2-3 ਤਰੀਕੇ ਨੇ। ਸਭ ਤੋਂ ਜਿਹੜਾ ਸੌਖਾ ਤਰੀਕਾ ਹੈ, ਜਿਹੜਾ ਕਾਰਗਰ ਤਰੀਕਾ ਹੈ, ਉਹ ਤਾਂ ਇਹੀ ਹੈ ਕਿ ਆਪਾਂ ਆਪਣੇ ਖੇਤਾਂ ਦੀ ਜਿਹੜੀ ਹੈ ਮਿੱਟੀ ਟੈਸਟ ਕਰਾਈਏ। ਅਤੇ ਮਿੱਟੀ ਟੈਸਟ ਜੋ ਕਰਾਉਂਦੇ ਆ ਉਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੀ ਜ਼ਮੀਨ ਦੇ ਵਿੱਚ ਕਿਹੜੇ ਤੱਤ ਦੀ ਘਾਟ ਹੈ। ਜੇ ਆਪਾਂ ਹੁਣ ਮੈਗਨੀਜ਼ ਦੀ ਗੱਲ ਕਰ ਰਹੇ ਹਾਂ, ਜੇ ਤੁਸੀਂ ਮਿੱਟੀ ਟੈਸਟ ਕਰਾਈ ਹੈ, ਜੇਕਰ ਤੁਹਾਡੀ ਜ਼ਮੀਨ ਦੇ ਵਿੱਚ 3.5 ਕਿਲੋ 3 ਕਿਲੋ 500 ਗ੍ਰਾਮ ਤੋਂ ਵੱਧ ਪ੍ਰਤੀ ਏਕੜ ਮੈਗਨੀਜ਼ ਜਿਹੜਾ ਆਇਆ ਆ, ਅਤੇ ਇਹਦਾ ਮਤਲਬ ਤੁਹਾਡੀ ਜ਼ਮੀਨ 'ਚ ਮੈਗਨੀਜ਼ ਦੀ ਘਾਟ ਨਹੀਂ। ਜੇ 3.5 ਕਿਲੋ ਤੋਂ ਘੱਟ ਹੈ ਅਤੇ ਮੈਗਨੀਜ਼ ਦੀ ਘਾਟ ਹੈ, ਇੱਕ ਤਾਂ ਹੋ ਗਿਆ ਕਿ ਤੁਸੀਂ ਆਪਣੀ ਮਿੱਟੀ ਪਰਖ ਕਰਾ ਲਓ। ਦੂਸਰੀ ਗੱਲ ਹੈ ਕਿ ਕਈ ਵਾਰੀ ਜਦੋਂ ਸਾਨੂੰ ਇਹ ਮਿੱਟੀ ਪਰਖ ਨਹੀਂ ਕਰਾਈ, ਪਰ ਖੇਤ ਦੇ ਵਿੱਚ ਕਿਸਮ ਦੀਆਂ ਕੁਝ ਨਿਸ਼ਾਨੀਆਂ ਆ ਜਾਂਦੀਆਂ ਨੇ, ਅਤੇ ਜਿਹੜੇ ਐਕਸਪਰਟ ਨੇ, ਵਿਗਿਆਨੀ ਨੇ, ਉਹ ਜਿਹੜਾ ਹੈ ਬੂਟੇ ਨੂੰ ਵੇਖ ਕੇ, ਪੱਤਿਆਂ ਨੂੰ ਵੇਖ ਕੇ ਇਹ ਪਛਾਣ ਲੈਂਦੇ ਆ ਕਿ ਇਸ ਫਸਲ ਨੂੰ ਜਾਂ ਇਸ ਬੂਟੇ ਨੂੰ ਕਿਹੜੇ ਤੱਤ ਦੀ ਘਾਟ ਆਈ ਹੈ। ਸੋ ਉਹ ਜਿਹੜਾ ਹੈ ਅਸੀਂ ਨਿਸ਼ਾਨੀਆਂ ਰਾਹੀਂ ਵੇਖ ਲੈਂਦੇ ਹਾਂ। ਤੀਸਰਾ ਤਰੀਕਾ ਕਿ ਕਈ ਵਾਰੀ ਜਦੋਂ ਨਿਸ਼ਾਨੀਆਂ ਮਿਕਸੀਆਂ ਹੋ ਜਾਂਦੀਆਂ ਨੇ, ਉਦੋਂ ਅਸੀਂ ਕੀ ਕਰਦੇ ਹਾਂ ਕਿ ਅਸੀਂ ਪੱਤਿਆਂ ਨੂੰ ਟੈਸਟ ਕਰਕੇ ਵੀ ਜਿਹੜਾ ਹੈ ਉਹ ਘਾਟ ਦਾ ਪਤਾ ਲਾ ਸਕਦੇ ਹਾਂ ਕਿ ਸਾਡੀ ਜਿਹੜੀ ਹੈ ਫਸਲ ਉਹਨੂੰ ਕਿਹੜੇ ਤੱਤ ਦੀ ਘਾਟ ਜਿਹੜੀ ਹੈ ਮਹਿਸੂਸ ਹੋ ਰਹੀ ਹੈ। ਸੋ ਨਿਸ਼ਾਨੀਆਂ ਵੇਖ ਕੇ ਵੀ ਅਸੀਂ ਜਿਹੜਾ ਹੈ ਬੜੇ ਆਸਾਨੀ ਦੇ ਨਾਲ ਜਿਹੜਾ ਹੈ ਪਤਾ ਲਾਇਆ ਜਾ ਸਕਦਾ ਹੈ ਕਿ ਸਾਡੀ ਫਸਲ 'ਚ ਕਿਸ ਤੱਤ ਦੀ ਘਾਟ ਹੈ। ਸੋ ਡਾਕਟਰ ਸਾਹਿਬ, ਬੜਾ ਇੱਕ ਅਹਿਮ ਗੱਲ ਜਿਹੜੀ ਤੁਸੀਂ ਕਿਸਾਨਾਂ ਨੂੰ ਦੱਸੀ ਹੈ ਕਿ ਪਹਿਚਾਨਣਾ ਤਾਂ ਬਹੁਤ ਜ਼ਰੂਰੀ ਹੈ, ਨਿਸ਼ਾਨੀ ਉਹਦੇ ਵਿੱਚ ਆਈ ਹੋਵੇ ਤੇ ਪਤਾ ਲੱਗ ਜਾਂਦਾ ਹੈ। ਡਾਕਟਰ ਸਾਹਿਬ, ਮਿੱਟੀ ਪਰਖ ਦੀ ਤੁਸੀਂ ਗੱਲ ਕੀਤੀ ਹੈ, ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸਹਿਯੋਗੀ ਨਿਰਦੇਸ਼ਕ ਦੇ ਤੌਰ 'ਤੇ ਕੰਮ ਕਰ ਰਹੇ ਹੋ। ਤੁਸੀਂ ਸਾਡੇ ਕਿਸਾਨ ਦੋਸਤਾਂ ਨੂੰ ਇਹ ਦੱਸੋ ਕਿ ਮਿੱਟੀ ਪਰਖ ਦੀ ਜਿਹੜੀ ਮਹੱਤਤਾ ਹੈ ਉਹ ਇੰਨੀ ਜ਼ਿਆਦਾ ਹੈ ਕਿ ਇਹ ਸਾਰੇ, ਜੇ ਹੁਣ ਕੋਈ ਗੁਰਦਾਸਪੁਰ ਬੈਠਾ, ਉਹਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ ਆਉਣਾ ਮੁਸ਼ਕਲ ਹੋ ਜਾਂਦਾ ਹੈ। ਉਹ ਕਿੱਥੋਂ ਮਿੱਟੀ ਟੈਸਟ ਕਰਾਵੇ? ਕੋਈ ਉਹਦੇ ਨੇੜੇ ਵੀ ਇਸ ਤਰ੍ਹਾਂ ਦੀਆਂ ਤੁਸੀਂ ਲੈਬਾਂ ਖੋਲ੍ਹੀਆਂ ਨੇ ਕਿ ਜਿੱਥੋਂ ਉਹ ਮਿੱਟੀ ਟੈਸਟ ਕਰਾ ਕੇ ਇਹ ਆਪਣਾ ਜਿਹੜਾ ਖੇਤੀ ਦੇ ਖਰਚੇ ਜਿਹੜੇ ਨੇ ਇਹਨਾਂ ਨੂੰ ਘਟਾ ਸਕੇ, ਇਹੋ ਜਿਹੀਆਂ ਜਿਹੜੀਆਂ ਨਿਸ਼ਾਨੀਆਂ, ਜਿਹੜੀਆਂ ਘਾਟ ਆ ਰਹੀਆਂ ਨੇ ਛੋਟੇ ਤੱਤਾਂ ਦੀ, ਵੱਡੇ ਤੱਤਾਂ ਦੀ, ਇਸ ਤੋਂ ਬਚ ਸਕੇ? ਜਿੱਥੋਂ ਤੱਕ ਮਿੱਟੀ ਪਰਖ ਦਾ ਸੰਬੰਧ ਹੈ, ਸਾਡੇ ਜਿਹੜਾ ਹੈ ਪੰਜਾਬ ਦੇ ਵਿੱਚ 17 ਕ੍ਰਿਸ਼ੀ ਵਿਗਿਆਨ ਕੇਂਦਰ ਨੇ। ਉੱਥੇ ਤਕਰੀਬਨ ਬਹੁਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ ਸਾਡੀਆਂ ਜਿਹੜੀਆਂ ਮਿੱਟੀ ਪਰਖ ਲੈਬਸ ਹੈਗੀਆਂ ਨੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ, ਇਸ ਤਰ੍ਹਾਂ ਬਠਿੰਡੇ ਸੈਂਟਰ ਵਿੱਚ, ਗੁਰਦਾਸਪੁਰ ਸੈਂਟਰ ਦੇ ਵਿੱਚ ਸਾਡੀਆਂ ਜਿਹੜੀਆਂ ਸੋਇਲ ਟੈਸਟਿੰਗ ਲੈਬ ਨੇ। ਬਹੁਤ ਸਾਰੀਆਂ ਲੈਬ ਮਾਰਕਫੈਡ ਦੀਆਂ ਨੇ। ਪੰਜਾਬ ਜਿਹੜਾ ਖੇਤੀਬਾੜੀ ਵਿਭਾਗ ਹੈ ਉਹਦੀਆਂ ਵੀ ਜਿਹੜੀਆਂ ਲੈਬ ਨੇ, ਸੋ ਉਹ ਕੰਮ ਕਰ ਰਹੀਆਂ ਨੇ। ਲੈਬ ਦਾ ਮਸਲਾ ਨਹੀਂ ਹੈ ਕਿਸਾਨ ਵੀਰੋ, ਮਸਲਾ ਤਾਂ ਇਹ ਹੈ ਵੀ ਤੁਸੀਂ ਜਿਹੜੇ ਨਮੂਨੇ ਜਿਹੜੇ ਹੈ ਉਹ ਮਿੱਟੀ ਦੇ ਭਰ ਕੇ ਲੈਬ ਤੱਕ ਪਹੁੰਚਾਓ, ਮਿੱਟੀ ਟੈਸਟ ਕਰਾਓ। ਇਹ ਬਹੁਤ ਨਿਹਾਇਤ ਜ਼ਰੂਰੀ ਹੈ ਤਾਂ ਜੋ ਅਸੀਂ ਖੇਤੀ ਦੇ ਸਹੀ ਦਿਸ਼ਾ ਵਿੱਚ ਖਰਚ ਕਰਕੇ ਵੱਧ ਤੋਂ ਵੱਧ ਜਿਹੜਾ ਹੈ ਉਹ ਝਾੜ ਲੈ ਸਕੀਏ। ਸੋ ਕਿਸਾਨ ਦੋਸਤੋ, ਜਿਵੇਂ ਪਹਿਚਾਣ ਦੀ ਗੱਲ ਕੀਤੀ ਸੀ, ਮਿੱਟੀ ਪਰਖ ਦੀ ਗੱਲ ਕੀਤੀ ਹੈ, ਡਾਕਟਰ ਸਾਹਿਬ ਇੱਕ ਵਾਰ ਸਾਡੇ ਕਿਸਾਨ ਦੋਸਤਾਂ ਨੂੰ, ਜਿਵੇਂ ਇਹ ਮੌਸਮ ਇਸ ਟਾਈਮ 'ਤੇ ਚੱਲ ਰਿਹਾ, ਕਿਉਂਕਿ ਕੱਲ੍ਹ ਪਰਸੋਂ ਦੇ ਪੇਪਰ ਦੇ ਵਿੱਚ ਵੀ ਆਇਆ ਹੋਇਆ ਸੀਗਾ ਕਿ ਜਿਹੜੀ ਉਹ ਪੀਲੀ ਪੈ ਗਈ ਆ ਕਣਕ। ਪੀਲੀ ਪੈਣ ਤੋਂ ਭਾਵ ਕੀ ਆ ਕਿ ਉਹਦੇ ਪੱਤੇ ਪੀਲੇ ਪੈ ਜਾਂਦੇ ਜਾਂ ਸਾਰਾ ਖੇਤ ਪੀਲਾ ਹੋ ਜਾਂਦਾ? ਇੱਕ ਵਾਰ ਇਹਦੇ 'ਤੇ ਵੀ ਸਾਡੇ ਨਾ ਕਿਸਾਨ ਦੋਸਤਾਂ ਨੂੰ ਜ਼ਰੂਰ ਦੱਸੋ, ਕਿਉਂਕਿ ਜਿਹੜਾ ਮੌਸਮ ਚੱਲਦਾ, ਸਵੇਰੇ ਠੰਡਾ ਹੁੰਦਾ, ਦੁਪਹਿਰੇ ਕਈ ਵਾਰ ਧੁੱਪ ਲੱਗ ਜਾਂਦੀ, ਜਾਂ 7-8 ਦਿਨ ਜਿਹੜੀ ਆ ਉਹ ਧੁੱਪ ਚੜ੍ਹਦੀ ਨਹੀਂ। ਇਹਦੇ ਬਾਬਤ ਵੀ ਇਹਨਾਂ ਨੂੰ ਜ਼ਰਾ ਕਲੀਅਰ ਕਰੋ ਕਿ ਕਿਸ ਤਰ੍ਹਾਂ ਇਹਨਾਂ ਨੂੰ ਇਸ ਟਾਈਮ 'ਤੇ ਚੰਗਾ ਮੁਨਾਫਾ ਜਾਂ ਚੰਗੀ ਉਤਪਾਦਨ ਲੈਣ ਵਾਸਤੇ ਕੀ ਕਰਨਾ ਚਾਹੀਦਾ? ਜਿੱਥੋਂ ਤੱਕ ਕਣਕ ਦੀ ਫਸਲ ਦਾ ਸੰਬੰਧ ਹੈ, ਇਸ ਟਾਈਮ ਕਣਕ ਦੀ ਫਸਲ ਦੇ ਉੱਪਰ ਕੋਈ ਸਾਡੇ ਕੋਲ ਰਿਪੋਰਟਾਂ ਵੀ ਆ ਰਹੀਆਂ ਜੀ ਕਣਕ ਪੀਲੀ ਪੈ ਰਹੀ ਹੈ। ਕਿਸਾਨ ਵੀਰੋ, ਪੀਲੀ ਪੈਣ ਦੇ ਜਿਹੜੇ ਹੈ ਕਈ ਕਾਰਨ ਹੋ ਸਕਦੇ ਨੇ। ਬਹੁਤੀ ਵਾਰੀ ਵੇਖਿਆ ਗਿਆ ਕਿ ਜਦੋਂ ਫਸਲ ਪੀਲੀ ਪੈਂਦੀ ਹੈ ਅਤੇ ਤੁਸੀਂ ਸਿਰਫ ਅਤੇ ਸਿਰਫ ਯੂਰੀਆ 'ਤੇ ਭਰੋਸਾ ਕਰਦੇ ਹੋ ਅਤੇ ਯੂਰੀਆ ਪਾਈ ਜਾਂਦੇ ਹੋ, ਪਰ ਇਹ ਨਹੀਂ। ਕਣਕ ਪੈਣ ਦੇ, ਪੀਲੇ ਪੈਣ ਦੇ ਕਈ ਕਾਰਨ ਨੇ। ਇੱਕ ਕਾਰਨ ਤਾਂ ਇਹ ਹੈ ਕਿ ਤੁਸੀਂ ਜਦੋਂ ਕਈ ਵਾਰੀ ਵੱਡੇ ਕਿਆਰੇ ਪਾਏ ਨੇ, ਪਾਣੀ ਵੱਧ ਲਾ ਦਿੰਦੇ ਹੋ, ਜ਼ਮੀਨ ਭਾਰੀ ਹੈ, ਉਦੋਂ ਕੀ ਹੁੰਦਾ ਵੀ ਜੜ੍ਹਾਂ ਦਾ ਸਾਹ ਰੁਕ ਜਾਂਦਾ ਹੈ, ਜੜ੍ਹਾਂ ਨੂੰ ਆਕਸੀਜਨ ਨਹੀਂ ਮਿਲਦੀ, ਉਹ ਕੰਮ ਛੱਡ ਜਾਂਦੀਆਂ ਨੇ ਅਤੇ ਪੱਤਿਆਂ ਦੀਆਂ ਨੋਕਾਂ ਜਿਹੜੀਆਂ ਥੋੜ੍ਹੀਆਂ ਥੋੜ੍ਹੀਆਂ ਪੀਲੀਆਂ ਪੈ ਜਾਂਦੀਆਂ ਨੇ। ਇਹ ਜਿਹੜਾ ਪਲੱਤਣ ਹੈ, ਇਹ ਜਦੋਂ ਮੌਸਮ ਖੁੱਲ੍ਹੇਗਾ ਇਹ ਆਪਣੇ ਆਪ ਹੀ ਠੀਕ ਹੋ ਜਾਣੀ ਹੈ। ਦੂਸਰਾ ਜਿਹੜੀ ਪਲੱਤਣ ਹੈਗੀ ਹੈ ਉਹ ਕਈ ਵਾਰੀ ਮੈਗਨੀਜ਼ ਦੀ ਘਾਟ ਕਰਕੇ ਆਉਂਦੀ ਹੈ। ਹੁਣ ਜਿਵੇਂ ਤੁਸੀਂ ਜੇ ਦੇਖੋ, ਮੈਂ ਦੱਸਿਆ ਵੀ ਜਿਹੜੀਆਂ ਸਾਡੀਆਂ ਰੇਤਲੀਆਂ ਜ਼ਮੀਨਾਂ ਨੇ, ਜਿੱਥੇ ਲੰਮੇ ਟਾਈਮ ਤੋਂ ਝੋਨਾ ਲਾ ਰਹੇ ਹਾਂ, ਮੈਗਨੀਜ਼ ਜਿਹੜਾ ਹੈ ਘੁਲ ਕੇ ਥੱਲੇ ਚਲਾ ਗਿਆ। ਉਹਨਾਂ ਜ਼ਮੀਨਾਂ 'ਚ 5-6 ਸਾਲਾਂ ਬਾਅਦ ਜਿਹੜਾ ਹੈ ਉੱਪਰਲੀ ਤਹਿ ਦੇ ਮੈਗਨੀਜ਼ ਦੀ ਘਾਟ ਆ ਗਈ। ਇਹੋ ਜਿਹੀਆਂ ਜ਼ਮੀਨਾਂ ਜਦੋਂ ਅਸੀਂ ਕਣਕ ਬੀਜਦੇ ਹਾਂ ਜਾਂ ਬਰਸੀਮ ਵਗੈਰਾ ਬੀਜਦੇ ਹਾਂ ਅਤੇ ਉਹਦੇ ਵਿੱਚ ਪਹਿਲਾ ਪਾਣੀ ਲਾਉਣ ਤੋਂ ਬਾਅਦ ਤੁਰੰਤ ਜਿਹੜੀਆਂ ਘਾਟ ਦੀਆਂ ਨਿਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਨੇ। ਜਿੱਥੇ ਤੱਕ ਇਹਦੀਆਂ ਨਿਸ਼ਾਨੀਆਂ ਦਾ ਸੰਬੰਧ ਹੈ, ਇਹ ਕੀ ਹੁੰਦਾ ਹੈ ਕਿ ਜੋ ਪਹਿਲਾ ਪਾਣੀ ਲਾਇਆ, ਜ਼ਮੀਨ 'ਚ 3.5 ਕਿਲੋ ਤੋਂ ਘੱਟ ਮੈਗਨੀਜ਼ ਹੈ, ਅਤੇ ਉਦੋਂ ਕੀ ਹੁੰਦਾ ਹੈ ਵੀ ਫਸਲ ਦਾ ਵਾਧਾ ਪਹਿਲੇ ਪਾਣੀ ਤੋਂ ਬਾਅਦ ਇੱਕਦਮ ਜ਼ਿਆਦਾ ਹੁੰਦਾ ਹੈ, ਬੂਟੇ ਨੂੰ ਪੂਰੀ ਮੈਗਨੀਜ਼ ਥੱਲੋਂ ਮਿਲ ਨਹੀਂ ਰਹੀ ਅਤੇ ਗਰੋਥ ਵੱਧ ਹੈ।
ਉਦੋਂ ਜਿਹੜਾ ਹੈ ਬੂਟੇ ਦੇ ਘਾਟ ਦੀਆਂ ਨਿਸ਼ਾਨੀਆਂ ਪੈਦਾ ਹੋ ਗਈਆਂ। ਨਿਸ਼ਾਨੀਆਂ ਇਸ ਤਰ੍ਹਾਂ ਨੇ ਕਿ ਜਿਹੜੇ ਵਿਚਕਾਰਲੇ ਪੱਤੇ ਆ ਇਹਦੇ ਉੱਪਰ ਛੋਟੇ ਛੋਟੇ ਤੁਹਾਨੂੰ ਟਿਮਕਣੇ ਜਾਂ ਨਜ਼ਰ ਆਉਣਗੇ, ਸਲੇਟੀ ਗੁਲਾਬੀ ਰੰਗ ਦੇ, ਨਾੜੀਆਂ ਹਰੀਆਂ ਰਹਿ ਜਾਂਦੀਆਂ ਨੇ, ਵਿਚਕਾਰੋਂ ਜਿਹੜਾ ਪੱਤਾ ਪੀਲਾ ਪੈ ਗਿਆ। ਜੇ ਆਪਾਂ ਵੇਖੀਏ ਜਿਹੜਾ ਹੇਠਲਾ ਪਾਸਾ ਪੱਤੇ ਦਾ 2/3 ਇਹ ਜ਼ਿਆਦਾ ਜਿਹੜਾ ਭਰਾਤ ਹੁੰਦਾ, ਜਿਹੜਾ ਉੱਪਰਲਾ ਨੋਕ ਵਾਲਾ 1/3 ਹਿੱਸਾ ਆ, ਤੀਜਾ ਕੋਈ ਹਿੱਸਾ ਆ, ਉਹ ਤੋਂ ਕੁਛ ਹੱਦ ਤੱਕ ਹਰਾ ਰਹਿੰਦਾ। ਫਿਰ ਜਿਵੇਂ ਜਿਵੇਂ ਸਮਾਂ ਵੱਧਦਾ ਜਾਂਦਾ ਹੈ ਤਿਵੇਂ ਤਿਵੇਂ ਜਿਹੜੀਆਂ ਇਹ ਧੱਬੇ ਆ ਸਲੇਟੀ ਗੁਲਾਬੀ ਰੰਗ ਦੇ, ਇਹ ਆਪਸ 'ਚ ਮਿਲ ਕੇ ਧਾਰੀਆਂ ਜੀਆਂ ਜਿਹੜੀਆਂ ਪੱਤੇ ਦੇ ਵਿੱਚ ਬਣਾ ਲੈਂਦੀਆਂ ਨੇ। ਇਹੋ ਜਿਹੜਾ ਬੂਟਾ ਹੈ ਇਹਦਾ ਤਣਾ ਜਿਹੜਾ ਬਹੁਤ ਕਮਜ਼ੋਰ ਰਹਿ ਜਾਂਦਾ, ਜੜ੍ਹਾਂ ਬਹੁਤ ਕਮਜ਼ੋਰ ਰਹਿ ਜਾਂਦੀਆਂ ਨੇ, ਵਾਧਾ ਰੁਕ ਜਾਂਦਾ ਹੈ। ਅਤੇ ਜਾਂ ਬਹੁਤਾ ਜ਼ਿਆਦਾ ਘਾਟ ਹੋਵੇ ਅਤੇ ਮੁੱਢਲੀ ਹਾਲਤ ਵਿੱਚ ਕਣਕ ਦੇ ਜਿਹੜੇ ਸਿਆੜ ਨੇ ਉਹ ਵੀ ਕਈ ਵਾਰੀ 'ਚੋਂ ਮਰ ਜਾਂਦੇ ਨੇ। ਸੋ ਜਿਹੜੀ ਇਹਦੀ ਨਿਸ਼ਾਨੀ ਮੁੱਢਲੀ ਹਾਲਤ ਇਹ ਹੈ, ਜੇ ਜਿਹੜੀਆਂ ਨਿਸ਼ਾਨੀਆਂ ਨੇ ਪਛੇਤੀ ਹਾਲਤ 'ਚ ਆਉਣ, ਜਦੋਂ ਫਸਲ ਨਸਾਰੇ ਵੇਲੇ ਹੈ ਉਦੋਂ ਇਹਦੀਆਂ ਨਿਸ਼ਾਨੀਆਂ ਜਿਹੜਾ ਉੱਪਰਲਾ ਟੀਸੀ ਵਾਲਾ ਪੱਤਾ ਹੈ ਇਹਦੇ ਵਿੱਚ ਤੁਹਾਨੂੰ ਸਲੇਟੀ ਗੁਲਾਬੀ ਰੰਗ ਦੀਆਂ ਧਾਰੀਆਂ ਜਿਹੀਆਂ ਬੜੀਆਂ ਨਜ਼ਰ ਆਉਣਗੀਆਂ, ਸਿੱਟਾ ਵਿੱਚ ਫਸ ਜਾਂਦਾ ਹੈ, ਵਿੰਗਾ ਟੇਢਾ ਜਿਹਾ ਨਿਕਲਦਾ ਹੈ ਅਤੇ ਝਾੜ ਜਿਹੜਾ ਹੈ ਬਹੁਤ ਜ਼ਿਆਦਾ ਘੱਟ ਜਾਂਦਾ ਹੈ। ਸੋ ਜ਼ਿਮੀਂਦਾਰ ਦੋਸਤੋ, ਜਿਵੇਂ ਡਾਕਟਰ ਭੱਟੀ ਹੋਣਾ ਨੇ ਦੱਸਿਆ ਕਿ ਇਹ ਤਾਂ ਪੀਲੀ ਕਣਕ ਪੈ ਗਈ ਜਾਂ ਮੈਗਨੀਜ਼ ਦੀ ਘਾਟ ਆ ਗਈ ਤੇ ਬਹੁਤ ਬੁਰਾ ਹਾਲ ਹੋ ਜਾਊਗਾ, ਉਤਪਾਦਨ ਜਿਹੜਾ ਉਹ ਬਹੁਤ ਜ਼ਿਆਦਾ ਘਟ ਜਾਊਗਾ। ਇਹਦਾ ਮਤਲਬ ਹੈ ਕਿ ਤੁਹਾਨੂੰ ਜਿਹੜਾ ਗੇੜਾ ਆਪਣੇ ਖੇਤਾਂ ਦਾ ਉਹ ਤਕਰੀਬਨ ਰੋਜ਼ ਹੀ ਮਾਰਨਾ ਪਊਗਾ, ਉੱਥੋਂ ਪਤਾ ਲੱਗੂਗਾ ਕਿ ਕਿਵੇਂ ਉਹਦੀਆਂ ਨਿਸ਼ਾਨੀਆਂ ਕੀ ਚੱਲ ਰਹੀਆਂ ਨੇ। ਡਾਕਟਰ ਸਾਹਿਬ, ਆਪਾਂ ਹੁਣ ਤੱਕ ਗੱਲ ਕੀਤੀ ਹੈ ਕਿ ਕਣਕ ਦੀ ਫਸਲ ਦੇ ਵਿੱਚ ਕਿਹੜੇ ਕਿਹੜੇ ਛੋਟੇ ਤੱਤ ਨੇ, ਵੱਡੇ ਤੱਤ ਨੇ, ਕਿਹੜੀਆਂ ਘਾਟਾਂ ਆ ਰਹੀਆਂ ਨੇ, ਔਰ ਵਿਸ਼ੇਸ਼ ਤੌਰ 'ਤੇ ਮੈਗਨੀਜ਼ ਦੀ ਘਾਟ ਜਿਹੜੀ ਆ ਇਹ ਬਹੁਤ ਮਹਿੰਗੀ ਪੈਂਦੀ ਹੈ। ਸੋ ਇਸ ਦਾ ਕੋਈ ਇਲਾਜ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜਾ ਉਹ ਸਾਡੇ ਕਿਸਾਨਾਂ ਨੂੰ ਸਿਫਾਰਿਸ਼ ਕੀਤਾ ਹੋਵੇਗਾ, ਉਹ ਵੀ ਤੁਸੀਂ ਸਾਡੇ ਕਿਸਾਨ ਦੋਸਤਾਂ ਨੂੰ ਦੱਸੋ, ਜਾਂ ਕਿ ਜਿੱਥੇ ਕਿਤੇ ਇਹੋ ਜਿਹੀ ਪ੍ਰੋਬਲਮ ਆ ਗਈ ਆ ਜਾਂ ਮੁਸ਼ਕਿਲ ਆ ਗਈ ਹੈ ਉਹ ਆਪਣੀ ਠੀਕ ਕਰ ਸਕਣ। ਜਿੱਥੋਂ ਤੱਕ ਕਿਸਾਨ ਵੀਰੋ ਮੈਗਨੀਜ਼ ਦੀ ਘਾਟ ਦਾ ਸੰਬੰਧ ਹੈ, ਇਹਦਾ ਜਿਹੜਾ ਹੈ ਸਹੀ ਇਲਾਜ ਹੈ ਕਿ ਮੈਗਨੀਜ਼ ਸਲਫੇਟ ਇੱਕ ਖਾਦ ਆਉਂਦੀ ਹੈ, ਉਹਦਾ ਅਸੀਂ ਸਪਰੇਅ ਕਰਨਾ ਆ। ਇਹਨੂੰ ਜ਼ਮੀਨ ਦੇ ਵਿੱਚ ਛੱਟਾ ਨਹੀਂ ਆਮ ਖਾਦਾਂ ਵਾਂਗੂ ਮਾਰਨਾ, ਇਹਦਾ ਸਪਰੇਅ ਕਰਨਾ ਹੈ। ਅਤੇ ਸਪਰੇਅ ਕਰਨ ਵਾਸਤੇ 1 ਕਿਲੋ ਮੈਗਨੀਜ਼ 200 ਲੀਟਰ ਪਾਣੀ 'ਚ ਘੋਲ ਕੇ ਜਾਂ ਪ੍ਰਤੀ ਏਕੜ ਦਾ ਸਪਰੇਅ ਕਰਨਾ ਹੈ। ਅਤੇ ਸਪਰੇਅ ਉਦੋਂ ਕਰਨਾ ਹੈ ਜਦੋਂ ਧੁੱਪ ਨਿਕਲੀ ਹੋਵੇ ਅਤੇ ਤਰੇਲ ਪੱਤਿਆਂ ਦੇ ਉੱਪਰ ਨਾ ਹੋਏ, ਤਰੇਲ ਝੜ ਜਾਵੇ ਜਾਂ ਸੁੱਕ ਜਾਵੇ, ਕਿਉਂਕਿ ਕਈ ਵਾਰ ਹੁੰਦਾ ਕਿ ਕਿਸਾਨ ਵੀਰ ਜਿਹੜਾ ਹੈ ਉਹ ਸਵੇਰੇ ਸਵੇਰੇ ਸਪਰੇਅ ਕਰ ਆਉਂਦਾ ਆ, ਤਰੇਲ ਪਈ ਹੁੰਦੀ ਹੈ, ਜਿਹੜਾ ਆਪਾਂ ਮੈਗਨੀਜ਼ ਸਲਫੇਟ ਉੱਪਰ ਸਪਰੇਅ ਕੀਤਾ ਥੱਲੇ ਚੋ ਗਿਆ, ਮੁੜ ਕੇ ਅਸਰ ਨਹੀਂ ਕਰਦਾ। ਸੋ ਇੱਕ ਤਾਂ ਹੈ ਕਿ ਧੁੱਪ ਵਾਲੇ ਦਿਨ 200 ਲੀਟਰ ਪਾਣੀ ਦੇ ਵਿੱਚ 1 ਕਿਲੋ ਮੈਗਨੀਜ਼ ਜਿਹੜਾ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨ ਵੀਰਾਂ ਦਾ ਸਪਰੇਅ ਕਰਨਾ। ਅਤੇ ਸਪਰੇਅ ਕਰਨ ਵੇਲੇ ਜਿਹੜਾ ਹੈ ਤਰੇਲ ਤੁਰੇਲ ਉਤਰ ਜਾਵੇ, ਦੁਪਹਿਰ ਦੇ ਵੇਲੇ ਸਪਰੇਅ ਕਰੀਏ ਤਾਂ ਜ਼ਿਆਦਾ ਅਸਰ ਹੁੰਦਾ। ਸੋ ਇੱਕ ਜੋ ਸਪਰੇਅ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਕਰ ਦਿਓ, ਅਤੇ ਇਹਦੀ ਘਾਟ ਆਏ ਹੀ ਨਾ ਜਿੰਨਾ ਖੇਤਾਂ 'ਚ ਮੈਗਨੀਜ਼ ਦੀ ਘਾਟ ਆਉਂਦੀ ਹੈ। ਉਸ ਤੋਂ ਬਾਅਦ ਜਿਹੜਾ ਹਫ਼ਤੇ ਦੇ ਬਾਅਦ 3 ਸਪਰੇਅ ਅਸੀਂ ਜਿਹੜੇ ਹੈ ਧੁੱਪ ਵਾਲੇ ਦਿਨ 'ਚ ਹੋਰ ਕਰਨੇ ਆ, ਤਾਂ ਜੋ ਜਿਹੜਾ ਹੈ ਮੈਗਨੀਜ਼ ਦੀ ਘਾਟ ਤੋਂ ਪੂਰਤੀ ਕੀਤੀ ਜਾ ਸਕੇ। ਸੋ ਕਿਸਾਨ ਵੀਰੋ, ਜੇ ਪਹਿਲੇ ਸਾਲ ਤੁਹਾਡੇ ਖੇਤਾਂ 'ਚ ਇਸ ਵਾਰੀ ਨਿਸ਼ਾਨੀਆਂ ਆਈਆਂ ਨੇ, ਸਲੇਟੀ ਗੁਲਾਬੀ ਰੰਗ ਦੀਆਂ ਧਾਰੀਆਂ ਪੈ ਕੇ ਫਸਲ ਕਮਜ਼ੋਰ ਜੀ ਹੋ ਗਈ ਹੈ, ਤਾਂ ਤੁਰੰਤ ਜਿਹੜਾ ਹੈ ਮੈਗਨੀਜ਼ ਸਲਫੇਟ ਦਾ ਜਿਹੜਾ ਘੋਲ ਸਪਰੇਅ ਕਰ ਦਿਓ। ਜੇ ਤੁਸੀਂ ਜਿਹੜਾ ਹੈ ਆਪਣੇ ਆਪ ਇਹ ਨਿਸ਼ਾਨੀਆਂ ਨਹੀਂ ਪਛਾਣ ਸਕਦੇ, ਤੇ ਸਾਡੇ 17 ਜ਼ਿਲ੍ਹਿਆਂ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਨੇ, ਸਾਡੀ ਫਾਰਮ ਸਲਾਹਕਾਰ ਸੇਵਾ ਹੈ, ਯੂਨੀਵਰਸਿਟੀ ਦੇ ਵਿੱਚ ਬੂਟਿਆਂ ਦਾ ਹਸਪਤਾਲ ਵੀ ਕੰਮ ਕਰ ਰਿਹਾ ਹੈ, ਜਿੱਥੇ ਤੁਸੀਂ ਆਪਣੇ ਬੂਟੇ ਲਿਆ ਕੇ ਉਹਦੀ ਜਿਹੜਾ ਨਿਰੀਖਣ ਕਰਾ ਲਓ। ਜਿਹੜੇ ਵਿਗਿਆਨੀ ਨੇ ਤੁਹਾਨੂੰ ਦੱਸ ਦੇਣਗੇ ਕਿ ਇਹ ਕਿਸ ਚੀਜ਼ ਦੀ ਘਾਟ ਹੈ। ਜੇ ਮੈਗਨੀਜ਼ ਦੀ ਘਾਟ ਹੈ ਤਾਂ ਉਹਦੇ ਵਾਸਤੇ ਮੈਗਨੀਜ਼ ਸਲਫੇਟ ਦਾ ਸਪਰੇਅ ਕਰਨਾ ਹੈ। ਸੋ ਰਿਆੜ ਸਾਹਿਬ, ਇੱਕ ਤਾਂ ਮੈਗਨੀਜ਼ ਦੀ ਘਾਟ ਹੋ ਗਈ। ਇਸ ਤੋਂ ਇਲਾਵਾ ਕੀ ਹੁੰਦਾ ਵੀ ਕਈ ਖੇਤਾਂ ਜਿਹੜੇ ਬਹੁਤ ਰੇਤਲੇ ਖੇਤ ਨੇ, ਉਹਦੇ ਵਿੱਚ ਜਿਹੜੇ ਹੈ ਕਣਕ ਦੇ ਨਵੇਂ ਪੱਤੇ ਪੀਲੇ ਪੈ ਰਹੇ ਆ। ਉਹ ਇਹ ਜਿਹੜੀ ਹੈਗੀ ਆ, ਜਿਹੜੇ ਨਵੇਂ ਪੱਤੇ ਪੀਲੇ ਪੈ ਰਹੇ ਆ, ਇਹ ਹੈ ਗੰਧਕ ਦੀ ਘਾਟ। ਗੰਧਕ ਦੀ ਘਾਟ ਜਿਹੜੀ ਹੈ, ਜਿੱਥੇ ਸਾਡਾ ਨਹਿਰੀ ਪਾਣੀ ਪੈਂਦਾ ਆ, ਉੱਥੇ ਜਿਹੜਾ ਹੈ ਜ਼ਿਆਦਾ ਵੇਖਣ ਨੂੰ ਮਿਲਦੀ ਰੇਤਲੀਆਂ ਜ਼ਮੀਨਾਂ 'ਚ, ਬਨਸਪਤ ਕੀ ਜਿੱਥੇ ਜਿਹੜਾ ਹੈ ਟਿਊਬਵੈੱਲ ਦਾ ਪਾਣੀ ਪੈਂਦਾ, ਕਿਉਂਕਿ ਟਿਊਬਵੈੱਲ ਦੇ ਪਾਣੀ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਗੰਧਕ ਹੁੰਦੀ ਹੈ। ਉਹ ਜਦੋਂ ਪਾਣੀ ਲਾਉਂਦੇ ਆ ਤਾਂ ਗੰਧਕ ਜਿਹੜੀ ਹੈ ਫਸਲ ਨੂੰ ਮਿਲ ਜਾਂਦੀ ਹੈ। ਸੋ ਇਹਦੇ ਵਿੱਚ ਕਿਸਾਨ ਵੀਰੋ ਜਿਹੜਾ ਹੈ, ਜੇ ਨਵੇਂ ਪੱਤੇ ਪੀਲੇ ਪੈ ਰਹੇ ਆ ਤੇ ਇਹ ਗੰਧਕ ਦੀ ਘਾਟ ਹੈ। ਇਹਦੇ ਵਿੱਚ ਨਵਾਂ ਪੱਤਾ ਨਿਕਲਣ ਵਾਲਾ ਪੀਲਾ ਪੈ ਰਿਹਾ, ਪੱਤੇ ਦੀ ਨੋਕ ਥੋੜ੍ਹੀ ਜਿਹੀ ਹਰੀ ਰਹਿੰਦੀ ਹੈ। ਸੋ ਕੀ ਹੁੰਦਾ ਵੀ ਇਹਦੇ ਵਿੱਚ ਕਿਸਾਨ ਨੂੰ ਜਿਹੜਾ ਹੈ, ਜੇ ਵੇਖਿਆ ਵੀ ਥੋੜ੍ਹੀ ਫਸਲ ਪੀਲੀ ਪੈ ਗਈ, ਯੂਰੀਆ ਦਾ ਛੱਟਾ ਮਾਰੀ ਜਾਂਦੇ ਆ। ਸੋ ਇਹ ਨਾਈਟ੍ਰੋਜਨ ਦੀ ਘਾਟ ਨਹੀਂ, ਇਹ ਗੰਧਕ ਦੀ ਘਾਟ ਹੈ। ਇਹਦੇ ਵਾਸਤੇ ਸਾਨੂੰ ਜਿਹੜਾ ਹੈ ਜਿਪਸਮ ਜਿਹੜਾ ਹੈ ਸਭ ਤੋਂ ਵਧੀਆ ਸਾਧਨ ਹੈ। ਇਹ ਜਿਪਸਮ ਜਿਹੜਾ ਅਸੀਂ ਇਹਦਾ ਸਿਫਾਰਿਸ਼ ਕਰਦੇ ਹਾਂ ਕਿ ਜੇ ਜ਼ਮੀਨ ਦੇ ਵਿੱਚ ਅਸੀਂ ਪਹਿਲਾਂ ਮੂੰਗਫਲੀ ਤੋਂ ਬਾਅਦ ਬੀਜੀ ਹੈ ਤਾਂ 50 ਕਿਲੋ, ਜੇ ਕਿਉਂਕਿ ਮੂੰਗਫਲੀ ਤੋਂ ਹੁਣ ਬਾਅਦ ਹੀ ਪੰਜਾਬ 'ਚ ਰਹੀ ਨਹੀਂ, ਇਸ ਕਰਕੇ ਆਮ ਜਿਹੜੀਆਂ ਜ਼ਮੀਨਾਂ ਸੀ ਉਹ 1 ਕੁਆਂਟਲ ਜਿਪਸਮ ਜਿਹੜਾ ਹੈ ਇਹਦਾ ਜਿਹੜਾ ਛੱਟਾ ਵੀ ਖੜੀ ਫਸਲ 'ਚ ਵੀ ਮਾਰ ਸਕਦੇ ਹਾਂ। ਪਰ ਧਿਆਨ ਇਸ ਗੱਲ ਦਾ ਰੱਖਿਆ ਕਿ ਤਰੇਲ ਉਤਰੀ ਹੋਵੇ, ਕਿਉਂਕਿ ਜੇ ਤਰੇਲ ਜਿਪਸਮ ਦਾ ਛੱਟਾ ਮਾਰ ਦਿਆਂਗੇ, ਪੱਤਿਆਂ ਤੋਂ ਜਿਪਸਮ ਲੱਗ ਜਾਊਗਾ ਅਤੇ ਉੱਥੋਂ ਪੱਤੇ ਜਿਹੜੇ ਮੱਚ ਜਾਣਗੇ। ਅਤੇ ਇਹ ਜਿਹੜਾ ਜਿਪਸਮ ਹੈ, ਜੇ ਅਸੀਂ ਥੋੜ੍ਹਾ ਜਿਹਾ ਸਿੱਲਾ ਕਰ ਲਈਏ, ਸਿੱਲਾ ਕਰਕੇ ਥੋੜ੍ਹਾ ਜਿਹਾ ਮਲ ਲਈਏ, ਅਤੇ ਉਹ ਜਿਹੜੀਆਂ ਢਿੱਲੀਆਂ ਜਿਹੀਆਂ ਬਣ ਜਾਣਗੀਆਂ, ਉਹ ਛੱਟਾ ਮਾਰ ਕੇ ਪੱਤਿਆਂ ਦੇ ਉੱਪਰ ਨਹੀਂ ਚਿਪਕੂਗੀ। ਅਤੇ ਉਹ ਜਿਹੜਾ ਹੈ ਉਸ ਤੋਂ ਬਾਅਦ ਜੇ ਪਾਣੀ ਲਾ ਦਈਏ ਜਾਂ ਸਿੱਲ ਪਹਿਲਾਂ ਵੀ ਪਾਣੀ ਲਾਇਆ, ਅਤੇ ਸਿੱਲ ਦੇ ਨਾਲ ਜੜ੍ਹਾਂ ਤੱਕ ਜਿਹੜੀ ਹੈ ਗੰਧਕ ਪਹੁੰਚ ਜਾਂਦੀ ਹੈ, ਅਤੇ ਤੁਹਾਡੀ ਫਸਲ ਜਿਹੜੀ ਹੈ ਠੀਕ ਹੋ ਜਾਊਗੀ। ਇੱਥੇ ਕਿਸਾਨ ਵੀਰੋ, ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਚਾਹੁੰਦਾ ਕਿ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਉੱਲੀ ਨਾਸ਼ਕ ਜਿਹੜੇ ਗੰਧਕ ਵਾਲੇ ਆ, ਜਿਹਨੂੰ ਤੁਸੀਂ ਐਜ ਏ ਖਾਦ ਵਰਤ ਰਹੇ ਹੋ 1-1, 2-2 ਕਿਲੋ, ਉਹ ਜਿਹੜਾ ਹੈ ਉਹ ਨਾ ਵਰਤੋ, ਕਿਉਂਕਿ ਉਹਦੇ ਵਿੱਚ ਜਿਹੜੀ ਗੰਧਕ ਹੈਗੀ ਹੈ ਉਹ ਐਲੀਮੈਂਟਲ ਗੰਧਕ ਹੈ। ਕਿਸਾਨ ਵੀਰੋ, ਜਿਹੜੇ ਫਸਲੀ
ਫਸਲਾਂ ਜਿਹੜੇ ਖੁਰਾਕੀ ਤੱਤ ਲੈਂਦੀਆਂ ਨੇ ਇੱਕ ਖਾਸ ਸ਼ਕਲ 'ਚ ਲੈਂਦੀਆਂ ਨੇ। ਜਿਹੜੇ ਉਹਦੇ ਵਿੱਚ ਐਲੀਮੈਂਟਲ ਸਲਫਰ ਹੈ ਉਹਨੂੰ ਫਸਲ ਜਿਹੜੀ ਆ ਨਹੀਂ ਲੈ ਸਕਦੀ। ਉਹ ਜ਼ਮੀਨ ਦੇ ਵਿੱਚ ਜਿਹੜੇ ਬੈਕਟੀਰੀਆ ਨੇ ਉੱਤੇ ਕੰਮ ਕਰਨਗੇ, 2 ਮਹੀਨੇ ਤੋਂ ਬਾਅਦ ਉਹ ਜਿਹੜੀ ਹੈ ਫਸਲ ਦੇ ਮਿਲਦੇ ਯੋਗ ਜਿਹੜੀ ਹੈ ਸ਼ਕਲ 'ਚ ਪਹੁੰਚੇਗੀ। ਜਿਹੜੀ ਜਿਪਸਮ ਦੇ ਵਿੱਚ ਗੰਧਕ ਹੈ ਉਹ ਸਲਫੇਟ ਦੀ ਸ਼ਕਲ 'ਚ ਹੈ। ਇਹ ਜਦੋਂ ਤੁਸੀਂ ਪਾਓਗੇ ਨੈਕਸਟ ਡੇ ਜਿਹੜਾ ਹੈ ਤੁਹਾਡੀ ਫਸਲ ਜਿਹੜੀ ਨੂੰ ਚੱਕਣਾ ਸ਼ੁਰੂ ਕਰ ਦੋਗੀ। ਫਸਲ ਦਾ ਜਿਹੜਾ ਉਹ ਗੰਧਕ ਵਾਲਾ ਜਿਹੜਾ ਕਮੀ ਹੈ ਉਹ ਹੌਲੀ ਹੌਲੀ ਪੂਰੀ ਹੋ ਜਾਊਗੀ। ਸੋ ਕਿਸਾਨ ਦੋਸਤੋ, ਬਹੁਤ ਵਧੀਆ ਗੱਲਬਾਤ ਜਿਹੜੀ ਡਾਕਟਰ ਭੱਟੀ ਹੁਣੀ ਤੁਹਾਡੇ ਨਾਲ ਕਰ ਰਹੇ ਨੇ ਕਿ ਕਣਕ ਦੇ ਵਿੱਚ ਜਿਹੜੇ ਮੁੱਖ ਮੈਗਨੀਜ਼ ਔਰ ਗੰਧਕ ਦੀ ਜਿਹੜੀ ਘਾਟ ਆ ਰਹੀ ਹੈ ਉਹਨੂੰ ਅਸੀਂ ਕਿਵੇਂ ਪੂਰੀ ਕਰ ਸਕਦੇ ਹਾਂ। ਸੋ ਕਹਿਣ ਦਾ ਭਾਵ ਹੈ ਕਿ ਤੁਹਾਨੂੰ ਗੇੜਾ ਆਪਣੇ ਖੇਤਾਂ ਦਾ ਰੱਖਣਾ ਪਊਗਾ ਔਰ ਨਿਸ਼ਾਨੀਆਂ ਔਰ ਪਹਿਚਾਣ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਖ-ਵੱਖ ਕੇਂਦਰਾਂ ਦਾ ਤੁਸੀਂ ਪੂਰਾ ਫਾਇਦਾ ਲੈ ਕੇ ਇਹ ਕੰਮ ਕਰ ਸਕਦੇ ਹੋ। ਡਾਕਟਰ ਸਾਹਿਬ, ਮੁੱਖ ਫਸਲ ਤਾਂ ਵਾਕਿਆ ਹੀ ਇੱਕ ਜਿਹੜੀ ਕਣਕ ਸਾਡੇ ਬਹੁਤ ਜ਼ਿਆਦਾ ਏਰੀਏ ਦੇ ਵਿੱਚ ਖੇਤਾਂ ਦੇ ਵਿੱਚ ਲੱਗੀ ਹੋਈ ਹੈ, ਪਰ ਉਹਦੇ ਨਾਲ ਨਾਲ ਬਰਸੀਮ ਵੀ ਜਿਹੜਾ ਉਹ ਵੀ ਲੱਗਾ ਹੋਇਆ, ਕਿਉਂਕਿ ਤਕਰੀਬਨ ਸਾਰੇ ਹੀ ਜਿਹੜੇ ਸਾਡੇ ਕਿਸਾਨ ਭਰਾ ਨੇ ਉਹਨਾਂ ਦੇ ਕੋਲ ਘਰੇ ਪਸ਼ੂ ਨੇ, ਡੰਗਰ ਨੇ, ਜਿਨ੍ਹਾਂ ਤੋਂ ਉਹ ਦੁੱਧ ਪੈਦਾ ਕਰਦੇ ਨੇ। ਉਹਦੇ ਵਿੱਚ ਵੀ ਕੋਈ ਛੋਟੇ ਤੱਤਾਂ ਜਾਂ ਕੋਈ ਵੱਡੇ ਤੱਤਾਂ ਦੀ ਘਾਟ ਇਹੋ ਜਿਹੀ ਆਉਂਦੀ ਹੈ ਔਰ ਕੀ ਉਹਦੀਆਂ ਨਿਸ਼ਾਨੀਆਂ ਹੁੰਦੀਆਂ ਵਾ, ਇਹਦੇ ਬਾਰੇ ਵੀ ਸਾਡੇ ਨਾ ਕਿਸਾਨ ਦੋਸਤਾਂ ਨੂੰ ਤੁਸੀਂ ਜ਼ਰੂਰ ਦੱਸੋ ਜੀ। ਕਿਸਾਨ ਵੀਰੋ, ਬਰਸੀਮ ਦੀ ਫਸਲ ਜਿਹੜੀ ਹੈ ਤੁਹਾਡੇ ਖੇਤਾਂ 'ਚ ਹੈ, ਇਹ ਇੱਕ ਮੁੱਖ ਚਾਰਾ ਆ। ਇਹਦੇ ਵਿੱਚ ਜਿਹੜਾ ਹੈ ਸਾਨੂੰ 2-3 ਤਰ੍ਹਾਂ ਦੀਆਂ ਸ਼ਿਕਾਇਤਾਂ ਕਿਸਾਨਾਂ ਵੱਲੋਂ ਤੁਹਾਡੇ ਵੱਲੋਂ ਮਿਲ ਰਹੀਆਂ ਨੇ। ਇੱਕ ਦੇ ਕਈ ਵਾਰੀ ਕਿਸਾਨ ਆਉਂਦੇ ਆ ਜੀ ਸਾਡਾ ਬਰਸੀਮ ਦਾ ਫਸਲ ਜਿਹੜੀ ਆ ਲਾਲ ਜੀ ਹੋ ਗਈ ਹੈ। ਲਾਲ ਜਿਹੜੀ ਹੈਗੀ ਹੈ, ਪੱਤੇ ਜਿਹੜੇ ਜਾਮਣੀ ਜਿਹਾ ਹੋ ਗਏ ਆ, ਇਹ ਕਿਸਾਨ ਵੀਰੋ ਫਾਸਫੋਰਸ ਦੀ ਘਾਟ ਹੈ। ਇਹਦੇ ਵਾਸਤੇ ਜਿਹੜਾ ਅਸੀਂ DAP ਜਾਂ ਸਿੰਗਲ ਸੁਪਰ ਫਾਸਫੇਟ ਦੀ ਸਿਫਾਰਿਸ਼ ਕਰਦੇ ਹਾਂ, ਪਰ ਇਹ ਜਿਹੜਾ ਹੈ ਆਮ ਯੂਰੀਆ ਵਾਂਗੂ ਖੇਤ ਫਸਲ ਦੇ ਉੱਪਰ ਛੱਟਾ ਨਹੀਂ ਮਾਰ ਸਕਦੇ। ਇਹ ਜਿਹੜਾ ਹੈ ਬਿਜਾਈ ਵੇਲੇ ਪਾਉਣਾ ਹੁੰਦਾ ਆ। ਇਹ ਜਿਹੜਾ ਹੈ ਬਿਜਾਈ ਵੇਲੇ ਪਾਉਣਾ, ਕਿਉਂਕਿ ਜਦੋਂ ਜਿਹੜਾ DAP ਹੈ ਇਹਦੇ ਵਿੱਚ ਫਾਸਫੋਰਸ ਹੈ ਜਿਹੜਾ ਉਹ ਜ਼ਮੀਨ 'ਤੇ ਜਿਹੜਾ ਸਿੱਲ ਹੈ ਉਹ ਨਾਲ ਜੜ ਤੱਕ ਨਹੀਂ ਪਹੁੰਚਦੀ। ਇਸ ਕਰਕੇ ਇਹ ਜਿਹੜੀ ਲਾਲੀ ਵਾਲੀ ਸਮੱਸਿਆ ਹੈ ਕਿਸਾਨ ਵੀਰੋ, ਇਹ ਤਾਂ ਜਦੋਂ ਮੌਸਮ ਖੁੱਲ੍ਹੇਗਾ, ਹੁਣ ਧੁੱਪਾਂ ਲੱਗ ਰਹੀਆਂ ਨੇ, ਇਹ ਜਿਵੇਂ ਜਿਵੇਂ ਪਿੱਛੇ ਕਾਫੀ ਧੁੰਦ ਵਾਲਾ ਮੌਸਮ ਰਿਹਾ ਇਹਦੇ 'ਚ ਹੋਏ ਆ, ਇਹ ਹੁਣ ਹੌਲੀ ਹੌਲੀ ਜਿਹੜੀ ਆ ਠੀਕ ਹੋ ਜਾਊਗੀ ਜਿਵੇਂ ਜਿਵੇਂ ਧੁੱਪਾਂ ਨਿਕਲੀਆਂ, ਟੈਂਪਰੇਚਰ ਵਧਿਆ। ਦੂਸਰੀ ਜਿਹੜੀ ਸਮੱਸਿਆ ਆ ਰਹੀ ਹੈ, ਜਿਹੜੀ ਮੈਂ ਕਣਕ ਦੱਸੀ ਸੀ ਮੈਗਨੀਜ਼ ਦੀ ਘਾਟ, ਇਹ ਬਰਸੀਮ ਦੇ ਵਿੱਚ ਹੀ ਬਹੁਤ ਜ਼ਿਆਦਾ ਆਉਂਦੀ ਹੈ। ਇਹਦੇ ਵਿੱਚ ਕੀ ਹੁੰਦਾ ਹੈ ਰਿਆੜ ਸਾਹਿਬ, ਵੀ ਜਿਹੜਾ ਬਰਸੀਮ ਦੇ ਜਿਹੜੇ ਵਿਚਕਾਰਲੇ ਪੱਤੇ ਆ ਉਹਦੇ ਵਿੱਚ ਛੋਟੇ ਛੋਟੇ ਸਲੇਟੀ ਗੁਲਾਬੀ ਰੰਗ ਦੇ ਧੱਬੇ ਪੈ ਜਾਂਦੇ ਨੇ। ਇਹ ਧੱਬੇ ਜਿਹੜੇ ਨੇ ਜਿਵੇਂ ਜਿਵੇਂ ਘਾਟ ਵੱਧਦੀ ਜਾਂਦੀ ਹੈ ਵੱਧਦੇ ਜਾਂਦੇ ਨੇ, ਅਤੇ ਇੱਕ ਹਾਲਤ ਇਹੋ ਜਿਹੀ ਆਉਂਦੀ ਹੈ ਜਿਹੜਾ ਧੱਬੇ ਵਾਲਾ ਹਿੱਸਾ ਆ ਇਹ ਬਿਲਕੁਲ ਸੁੱਕ ਜਾਂਦਾ। ਉੱਥੋਂ ਉਹ ਨਾ ਕੋਈ ਜਿਹੜਾ ਟਿਸ਼ੂ ਹੈ ਉਹ ਮਰ ਜਾਂਦਾ, ਅਤੇ ਜੋ ਹਵਾ ਚੱਲਦੀ ਹੈ ਉਹ ਜਿਹੜਾ ਟਿਸ਼ੂ ਝੜ ਜਾਂਦਾ, ਪੱਤਾ ਛਾਨੀ ਜਿਹਾ ਹੋ ਜਾਂਦਾ ਹੈ। ਇਹ ਨਾਲ ਜਿਹੜਾ ਹੈ ਇੱਕ ਤਾਂ ਚਾਰੇ ਦੀ ਜਿਹੜੀ ਕੁਆਲਿਟੀ ਵੀ ਘਟਦੀ ਹੈ, ਨਾਲ ਜਿਹੜੀ ਹੈ ਚਾਰੇ ਦੀ ਜਿਹੜਾ ਪ੍ਰੋਡਕਸ਼ਨ ਹੈ, ਪੈਦਾਵਾਰ ਹੈ, ਉਹ 'ਤੇ ਵੀ ਜਿਹੜਾ ਹੈ ਮਾੜਾ ਅਸਰ ਪੈਂਦਾ। ਸੋ ਕਿਸਾਨ ਵੀਰੋ, ਜਿਹੜੇ ਵਿਚਕਾਰਲੇ ਪੱਤੇ ਆ ਜੇ ਇਹ ਥੋੜ੍ਹੇ ਜਿਹਾ ਇਹਦੇ ਵਿੱਚ ਸਲੇਟੀ ਗੁਲਾਬੀ ਰੰਗ ਦੇ ਧੱਬੇ ਜਿਹਾ ਪੈ ਰਹੇ ਆ, ਤਾਂ ਇਹ ਜਿਹੜੀ ਹੈ ਮੈਗਨੀਜ਼ ਦੀ ਘਾਟ ਹੈ। ਇਹਦੇ ਵਾਸਤੇ ਫਿਰ ਜਿਹੜੀ ਹੈ ਮੈਗਨੀਜ਼ ਦੀ ਜਿਹੜੀ ਹੈ ਪੂਰਤੀ ਕਰਨੀ ਪਊਗੀ। ਜਦੋਂ ਇਹਦੀ ਮੈਗਨੀਜ਼ ਦੀ ਪੂਰਤੀ ਦੀ ਗੱਲ ਕਰਦੇ ਹਾਂ, ਜਿਹੜੀ ਘਾਟ ਦੀਆਂ ਨਿਸ਼ਾਨੀਆਂ ਨੇ ਇਹ ਜਦੋਂ ਫਸਲ ਵੱਢਣ ਦੇ ਕਾਬਲ ਹੁੰਦੀ ਹੈ, ਜਦੋਂ ਫਸਲ ਫੁੱਟ ਦੀ ਹੋ ਗਈ ਹੈ ਉਦੋਂ ਆਉਂਦੀਆਂ ਨੇ, ਉਸ ਹਾਲਤ ਦੇ ਵਿੱਚ ਸਪਰੇਅ ਨਹੀਂ ਕਰਨਾ। ਉਹਦੇ ਵਾਸਤੇ ਰਿਆੜ ਸਾਹਿਬ ਵੀ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਤੁਸੀਂ ਫਸਲ ਨੂੰ ਬਰਸੀਮ ਨੂੰ ਪਹਿਲਾਂ ਵੱਢ ਲਓ। ਵੱਢਣ ਤੋਂ ਬਾਅਦ ਜਿਹੜਾ ਫੁਟਾਰਾ ਤਕਰੀਬਨ 2 ਹਫ਼ਤੇ ਦਾ ਐਡਾ ਹੋ ਗਿਆ, ਜੇ ਤੇ ਸਪਰੇਅ ਅਸੀਂ ਕਰ ਸਕੀਏ, ਉਦੋਂ ਜਿਹੜਾ ਹੈ ਉਹਦੇ 'ਤੇ ਅੱਧਾ ਕਿਲੋ ਮੈਗਨੀਜ਼ 100 ਲੀਟਰ ਪਾਣੀ 'ਚ ਘੋਲਣਾ ਆ। ਕਹਿਣ ਦਾ ਭਾਵ ਹੈ ਵੀ 1 ਕਿਲੋ ਮੈਗਨੀਜ਼ 200 ਲੀਟਰ ਪਾਣੀ 'ਚ ਘੋਲ ਕੇ ਪ੍ਰਤੀ ਏਕੜ ਜਿਹੜਾ ਇਹਦਾ ਧੁੱਪ ਵਾਲੇ ਦਿਨ ਸਪਰੇਅ ਕਰਨਾ, ਅਤੇ ਹਫ਼ਤੇ ਬਾਅਦ 2 ਸਪਰੇਅ ਜਿਹੜੇ ਹੋਰ ਕਰ ਦਈਏ, ਅਤੇ ਜਿਹੜਾ ਹੈ ਮੈਗਨੀਜ਼ ਦੀ ਘਾਟ ਤੋਂ ਜਿਹੜਾ ਹੈ ਬਰਸੀਮ ਦੇ ਵਿੱਚ ਹੀ ਬਚ ਸਕਨੇ ਆ। ਸੋ ਕਿਸਾਨ ਦੋਸਤੋ, ਜਿਵੇਂ ਡਾਕਟਰ ਭੱਟੀ ਹੁਣੀ ਦੱਸ ਰਹੇ ਨੇ ਕਿ ਬਰਸੀਮ ਦੇ ਵਿੱਚ ਵੀ ਜਿਹੜੇ ਆ ਉਹ ਕਾਫੀ ਛੋਟੇ ਤੱਤ ਹੋਣ ਜਾਂ ਵੱਡੇ ਤੱਤ ਹੋਣ, ਉਹਨਾਂ ਦੀ ਮੁਸ਼ਕਲ ਆ ਰਹੀ ਹੈ, ਔਰ ਉਹਨੂੰ ਜ਼ਰੂਰ ਤੁਸੀਂ ਜਿਵੇਂ ਦੱਸਿਆ ਉਵੇਂ ਨਿਸ਼ਾਨੀਆਂ ਵੀ ਦੱਸੀਆਂ ਨੇ, ਉਹ ਦੇਖ ਕੇ ਉਹਦੇ 'ਤੇ ਵੀ ਸਪਰੇਅ ਕਰ ਸਕਦੇ ਨੇ। ਐ ਨਾ ਕਹਿ ਛੱਡੋ ਕਿ ਇਹ ਬਰਸੀਮ ਚਲੋ ਪਸ਼ੂਆਂ ਨੂੰ ਪਾਉਣਾ ਅਤੇ ਆਪਾਂ ਇਹਦਾ ਕੀ ਖਿਆਲ ਰੱਖਣ ਦੀ ਲੋੜ ਹੈ। ਡਾਕਟਰ ਸਾਹਿਬ, ਇੱਕ ਆਮ ਵੇਖਣ ਵਿੱਚ ਆਇਆ ਕਿ ਮਿਸ਼ਰਣ ਜਿਹੜਾ ਹੈ, ਕੋਈ ਇਹੋ ਜਿਹਾ ਮਿਸ਼ਰਣ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਸਿਫਾਰਿਸ਼ ਕੀਤਾ ਵੀ ਉਹ ਮਿਕਸਚਰ ਜਿਹਾ ਹੋਵੇ ਜਿਹਦੇ ਵਿੱਚ ਮੈਗਨੀਜ਼ ਵੀ ਆ ਜੇ, ਵਿੱਚੇ ਕੋਈ ਗੰਧਕ ਵੀ ਆ ਜੇ, ਵਿੱਚੇ ਕੋਈ ਹੋਰ ਜਿਹੜਾ ਕੋਈ ਤੁਸੀਂ ਤੱਤ ਦੱਸ ਦਿਓ ਉਹ ਵੀ ਆ ਜੇ। ਇਹੋ ਜਿਹੇ ਮਿਸ਼ਰਣ ਦਾ ਘੋਲ ਜਿਹੜਾ ਉਹ ਸਪਰੇਅ ਕਰ ਦਈਏ ਅਤੇ ਸਾਡੀ ਫਸਲ ਕਣਕ ਦੀ ਹੋਵੇ ਜਾਂ ਫਸਲ ਸਾਡੀ ਬਰਸੀਮ ਹੋਵੇ, ਕਿ ਉਹ ਜਿਹੜਾ ਵਾ ਕੋਈ ਵੀ ਤੱਤ ਦੀ ਪੂਰਤੀ ਹੋ ਜੇ। ਜਿੱਥੋਂ ਤੱਕ ਰਿਆੜ ਸਾਹਿਬ ਨਾਲ ਇਸ ਟਾਈਮ ਹਾੜੀ ਦੀਆਂ ਫਸਲਾਂ ਸੰਬੰਧ ਹੈ, ਪਿੱਛੇ ਜਿਹੜਾ ਹੈ ਧੁੰਦ ਵਾਲਾ ਮੌਸਮ ਰਿਹਾ, ਧੁੰਦ ਵਾਲੇ ਮੌਸਮ ਦੇ ਵਿੱਚ ਜਿਹੜਾ ਹੈ ਥੋੜ੍ਹੀ ਜਿਹੀ ਸਮੱਸਿਆ ਜ਼ਰੂਰ ਆਈ, ਕਿਉਂਕਿ ਕਾਫੀ ਲੰਮਾ ਸਮਾਂ ਚੱਲਿਆ। ਉਹਦੇ ਵਿੱਚ ਕਣਕ ਦੇ ਵੀ ਥੋੜ੍ਹੇ ਪੱਤੇ ਜਾਂ ਪੀਲੇ ਪੈ ਗਏ, ਬਰਸੀਮ ਦੇ ਵਿੱਚ ਵੀ ਥੋੜ੍ਹੀ ਮੁਸ਼ਕਲਾਂ ਆ ਗਈਆਂ, ਅਤੇ ਕਿਸਾਨ ਵੀਰ ਜਿਹੜੇ ਨੇ ਉਹ ਥੋੜ੍ਹਾ ਜਿਹਾ ਪਰੇਸ਼ਾਨ ਹੋ ਕੇ ਬਹੁਤ ਸਾਰੇ ਮਿਸ਼ਰਣ ਜਿਹੜੇ ਆ ਉਸ ਜਿਹੜੇ ਆ ਕੋਈ ਸਪਰੇਅ ਕਰ ਰਿਹਾ, ਖੇਤਾਂ 'ਚ ਪਾ ਰਿਹਾ। ਕਿਸਾਨ ਵੀਰੋ, ਅਸੀਂ ਕਿਸੇ ਮਿਸ਼ਰਣ ਦੀ ਸਿਫਾਰਿਸ਼ ਨਹੀਂ ਕਰਦੇ, ਕਿਉਂਕਿ ਜੇ ਮੈਗਨੀਜ਼ ਦੀ ਘਾਟ ਹੈ ਤਾਂ ਮੈਗਨੀਜ਼ ਨਾਲ ਹੀ ਪੂਰੀ ਹੋਣੀ ਹੈ, ਜੇ ਗੰਧਕ ਦੀ ਘਾਟ ਹੈ ਤਾਂ ਜਿਪਸਮ ਪਾ ਕੇ ਪੂਰੀ ਹੋਣੀ ਹੈ। ਇਸ ਕਰਕੇ ਤੁਸੀਂ ਜਿਹੜਾ ਹੈ ਜੋ ਬਹੁਤ ਸਾਰੇ ਮਿਸ਼ਰਣ ਜਾਂ ਯੂਜ਼ ਕਰ ਰਹੇ ਹੋ
ਉਹ ਮਿਸ਼ਰਣ ਦੀ ਵਰਤੋਂ ਕਰਨ ਦੇ ਨਾਲ ਜਿਹੜਾ ਐਕਚੁਅਲ ਖੁਰਾਕੀ ਤੱਤ ਚਾਹੀਦਾ ਉਹ ਬਹੁਤ ਘੱਟ ਮਾਤਰਾ 'ਚ ਮਿਸ਼ਰਣ ਚਾਹੀਦਾ ਅਤੇ ਤੁਹਾਡਾ ਜਿਹੜਾ ਖਰਚਾ ਵੱਧ ਗਿਆ, ਉਹ ਤੱਤ ਪੂਰਾ ਨਹੀਂ ਹੋਇਆ, ਤੁਹਾਡੀ ਫਸਲ ਵੀ ਠੀਕ ਨਹੀਂ ਹੋਈ, ਖਰਚਾ ਵੀ ਵਧਾ ਲਿਆ। ਇਸ ਕਰਕੇ ਸਿਫਾਰਿਸ਼ ਕਰਦੇ ਹਾਂ ਕਿ ਜਿਹੜਾ ਸਾਡੀ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਸੈਂਟਰ ਨੇ, ਚਾਹੇ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਹੈ, ਚਾਹੇ ਉਹ ਯੂਨੀਵਰਸਿਟੀ ਦਾ ਹਸਪਤਾਲ ਹੈ ਬੂਟਿਆਂ ਦਾ, ਉੱਥੇ ਜਿਹੜੇ ਹੈ ਸੰਪਰਕ ਕਰ ਲਓ, ਟੈਲੀਫੋਨ 'ਤੇ ਗੱਲ ਕਰ ਲਓ। ਜੇ ਲੋੜ ਹੈਗੀ ਹੈ ਤੇ ਆਪਣੇ ਜਿਹੜਾ ਨਮੂਨਾ ਵੀ ਲਿਆਓ, ਤਾਂ ਜੋ ਸਹੀ ਦਿਸ਼ਾ ਦੇ ਵਿੱਚ ਸਹੀ ਇਲਾਜ ਕਰਕੇ ਅਸੀਂ ਜੇ ਆਪਣਾ ਜਿਹੜਾ ਫਸਲ ਉਹ ਵੀ ਬਚਾ ਲਈਏ, ਨਾਲ ਨਾਲ ਸਾਡਾ ਖਰਚਾ ਵੀ ਘੱਟ ਹੋਏ। ਕਿਉਂਕਿ ਫਸਲ ਦਾ ਸਮਾਂ ਜਿਹੜਾ ਕੋਈ 5-6 ਮਹੀਨੇ ਹੈ, ਜੇ ਅਸੀਂ ਮਹੀਨਾ 2 ਮਹੀਨਾ ਜਿਹੜਾ ਉਹ ਰਿਪੋਰਟ ਕਰਦੇ ਰਹਿ ਗਏ, ਸਹੀ ਇਲਾਜ ਨਹੀਂ ਕੀਤਾ, ਤੇ ਉਹ ਜਿਹੜਾ ਅਸੀਂ ਪੂਰਾ ਝਾੜ ਜਿਹੜਾ ਨਹੀਂ ਲੈ ਸਕਾਂਗੇ। ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਫਸਲ ਦੇ ਨਮੂਨੇ ਜਿਹੜੇ ਨੇ ਉਹ ਜ਼ਰੂਰ ਟੈਸਟ ਕਰਾਓ। ਨਮੂਨੇ ਟੈਸਟ ਕਰਾਉਣ 'ਤੇ ਜਿਹੜਾ ਹੈ ਸਹੀ ਦਿਸ਼ਾ 'ਚ ਇਲਾਜ ਕਰੀਏ, ਤਾਂ ਜੋ ਜਿਹੜਾ ਹੈ ਸਹੀ ਇਲਾਜ ਕਰਕੇ ਘੱਟ ਖਰਚੇ ਦੇ ਵਿੱਚ ਜਿਹੜਾ ਹੈ ਅਸੀਂ ਵੱਧ ਤੋਂ ਵੱਧ ਜਿਹੜਾ ਉਹ ਪੈਦਾਵਾਰ ਲੈ ਸਕੀਏ। ਸੋ ਕਿਸਾਨ ਦੋਸਤੋ, ਜਿਵੇਂ ਗੱਲਬਾਤ ਹੋ ਰਹੀ ਹੈ ਕਿ ਸਾਨੂੰ, ਜਿਵੇਂ ਡਾਕਟਰ ਭੱਟੀ ਹੋਣਾ ਨੇ ਵੀ ਗੱਲ ਕੀਤੀ ਹੈ ਕਿ ਇਸ ਟਾਈਮ 'ਤੇ ਸਾਨੂੰ ਖੇਤੀ ਦੇ ਖਰਚੇ ਘਟਾਉਣ ਦੀ ਲੋੜ ਹੈ ਔਰ ਵਿਗਿਆਨ ਦੀ ਖੇਤੀ ਜਿਹੜੀ ਅਪਣਾਉਣ ਦੀ ਲੋੜ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਔਰ ਇਸ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਜੁੜਨ ਦੀ ਲੋੜ ਹੈ, ਮਿੱਟੀ ਪਰਖ ਦੀ ਲੋੜ ਹੈ, ਔਰ ਅਗਰ ਬਹੁਤ ਹੀ ਜ਼ਿਆਦਾ ਜਿਹੜੀਆਂ ਕੁਛ ਘਾਟ ਆ ਜਾਂਦੀਆਂ, ਉਹਦੀਆਂ ਨਿਸ਼ਾਨੀਆਂ ਦੀ ਪਹਿਚਾਨਣ ਦੀ ਜ਼ਰੂਰਤ ਹੈ, ਤਾਂ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਕੇ ਆਪਣੇ ਖੇਤੀ ਦਾ ਉਤਪਾਦਨ ਵਧਾਈਏ, ਖੇਤੀ ਖਰਚੇ ਘਟਾਈਏ ਅਤੇ ਇਹਦਾ ਜਿਹੜਾ ਮੁਨਾਫਾ ਹੈ ਉਹਨੂੰ ਹੋਰ ਦੁੱਗਣਾ ਕਰੀਏ। ਅਤੇ ਮੈਂ ਸਮਝਦਾ ਕਿ ਅਸੀਂ ਇਹ ਤੋਂ ਚੰਗਾ ਚੋਖਾ ਮੁਨਾਫਾ ਕਮਾ ਸਕਦੇ ਹਾਂ। ਡਾਕਟਰ ਦਦਾਰ ਸਿੰਘ ਭੱਟੀ ਜੀ, ਸਾਡੇ ਕਿਸਾਨ ਦੋਸਤਾਂ ਨਾਲ ਗੱਲਬਾਤ ਕਰਨੀ, ਤੁਹਾਡਾ ਬਹੁਤ ਬਹੁਤ ਧੰਨਵਾਦ।